मैं सारे ਜਿਹੜੇ मेरे ਕੁਲੀਗਸ हैं या सबॉर्ਡੀनेट्स हैं या ਹੋਰ ਜਨਰਲ ਪਬਲਿਕ ਹੈ ਉਹ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਕੋਵਿਡ-19 ਦਾ ਜਿਹੜਾ ਪ੍ਰਕੋਪ ਹੈ ਬਹੁਤ ਜ਼ਿਆਦਾ ਜਿਵੇਂ ਦਿਨ ਬ ਦਿਨ ਵੱਧ ਰਿਹਾ ਹੈ ਔਰ ਪੀਕ ਆ ਰਹੀ ਹੈ ਤਾਂ ਇਹਦੇ ਤੋਂ ਸਾਨੂੰ ਕੀ ਪ੍ਰੀਕਾਸ਼ਨ ਕਿਉਂਕਿ ਮੈਂ ਖੁਦ ਇਹਦਾ ਪੇਸ਼ੈਂਟ ਰਹਿ ਚੁੱਕਿਆ ਔਰ ਇਸ ਚੋਂ ਨਿਕਲ ਚੁੱਕਿਆ ਤਾਂ ਇਸ ਕਰਕੇ ਜੋ ਮੈਨੂੰ ਐਕਸਪੀਰੀਅੰਸ ਕੀਤਾ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਅੱਜ ਸ਼ੇਅਰ ਕਰਨਾ ਚਾਹੁੰਦਾ। तो ये सब तो वड्डी चीज़ तो यह है जी पहले सब तो पहल के आधार पर कि आप जिन्नी प्रिकॉशन यदि ले लीए कि पब्लिकली जो आप मूव करते हैं मास्क तो बिना मूव नहीं करना, जो ऑफिस बैठे हैं उदों भी मास्क हर वेले अपने मूँह पर होना चाहिए एंड उस तो बाद ग्लव्स पा के क्योंकि सरफेस के उत्ते भी कंटैमीनेशन होंगी है तो किसी भी सर्विस में आप टच करते हैं जिमें साडी जॉब प्रोफाइल है असी पब्लिक डीलिंग साडे च है असी पेपर्स भी टच करने हैं पब्लिक दे क्योंकि असी हैल्प आउट नहीं कर सकते कि असी बिना कोई इहो जिहा काम अवॉइड नहीं कर सकते तो इस करके प्रिकॉशनस जिहड़ियां अटमोस्ट प्रिकॉशनस लैनी चाहिए है। किते किसी ब्याह शादी पार्टी या कुछ ऐसे है उत्थे भी सोशल डिस्टेंसिंग टोटल मेनटेन होनी चाहिए है और कोशिश ये होनी चाहिए है कि सात्विक जिहा भोजन जिहड़ा घर बने तुसी उही खाओ और अगर कोई ज़्यादा मजबूरी नहीं है तो क्योंकि बाहर कोई ना कोई कंटैमीनेशन हैगी है या पैकेज फूड ले लो या कुछ ले लो तो वो कुछ चंद एक प्रिकॉशनस हैगियां जिहड़ियां जरूरी है। तो जिवें जिहड़े मेरे नाल होया मैं से मेरा जिहड़ा ऑफिस ऑर्डरली सीगा ਉਹਨੂੰ ਇਨਫੈਕਟਡ ਸੀਗਾ ਐਂਡ ਇੱਕ ਤਾਂ ਕਲੋਜ਼ਡ এনवायरमेंट ਜਿਹੜੀ ਹੈਗੀ ਹੈ ਏਸੀ ਦੀ ਹਵਾ ਨਾਲ ਔਰ ਏਸੀ ਦੇ ਵਿੱਚ ਸਰਕੂਲੇਟ ਕਰਦਾ ਤਾਂ ਉਸ ਸਰਕੂਲੇਸ਼ਨ ਦੇ ਨਾਲ ਹੀ ਮੈਂ ਫਸ ਗਿਆ ਕਿ ਜਿਵੇਂ ਤੁਸੀਂ ਕਈ ਵਾਰੀ ਆਫਿਸ 'ਚ ਇਕੱਲੇ ਬੈਠੇ ਹੋ ਮਾਸਕ ਉਤਾਰ ਦਿੰਦੇ ਹੋ ਤਾਂ ਮੇਰੀ ਸਾਰਿਆਂ ਨੂੰ ਤੁਹਾਨੂੰ ਇਹੀ ਰਾਏ ਹੈ ਕਿ ਤੁਸੀਂ ਉਹ ਮਾਸਕ ਉਤਾਰਨਾ ਨਹੀਂ ਹੈ ਔਰ ਉਹ ਮਾਸਕ ਨੂੰ ਪਾ ਕੇ ਰੱਖਣਾ ਹਰ ਵੇਲੇ ਚਾਹੇ ਆਫਿਸ 'ਚ ਬੈਠੇ ਹੋ ਇਕੱਲੇ ਬੈਠੇ ਹੋ ਤਾਂ ਵੀ ਤੁਹਾਨੂੰ ਖਤਰਾ ਉਨਾ ਹੀ ਹੈ ਜਿੰਨਾ ਕਿ ਕੋਈ ਆ ਕੇ ਤੁਹਾਡੇ ਕੋਲ ਬੈਠ ਜਾਂਦਾ। ਇਹਦਾ ਅਲੱਗ-ਅਲੱਗ ਬੋਡੀ ਤੇ ਅਲੱਗ-ਅਲੱਗ ਸਿੰਪਟਮਸ ਆਉਂਦੇ ਆ ਕੋਈ ਇਹ ਨਹੀਂ ਕਹਿ ਸਕਦਾ ਜੀ ਕਿ ਇਹ ਪਰ ਮੋਸਟ ਕਾਮਨ ਜਿਹੜੇ ਸਿੰਪਟਮਸ ਇਹਦੇ ਹੈਗੇ ਆ ਉਹ ਹੈਗਾ ਟੈਂਪਰੇਚਰ ਹੋਣਾ ਤੇ ਗਲੇ 'ਚ ਖਰਾਸ਼ ਹੋਣੀ ਜਾਂ ਗਲੇ 'ਚ ਇਰੀਟੇਸ਼ਨ ਹੋਣੀ ਔਰ ਪਰ ਕਈ ਕੇਸਾਂ 'ਚ ਮੈਂ ਕਿਉਂਕਿ 2-3 ਦਿਨ ਹਸਪੀਟਲ ਵੀ ਰਹਿ ਕੇ ਆਇਆ ਤਾਂ ਉੱਥੇ ਵੀ ਮੈਨੂੰ ਇਹ ਪਤਾ ਲੱਗਿਆ ਕਿ ਕਈ ਕੇਸਿਸ ਦੇ ਵਿੱਚ ਜਿਹੜਾ ਹੈਗਾ ਡਾਇਰੀਆ ਹੋ ਗਿਆ ਕਿਸੇ ਨੂੰ ਹੈਡੇਕ ਹੋ ਗਿਆ ਐਂਡ तो ਜਿਹੜਾ ਮੇਰੇ ਨਾਲ ਪਰਸਨਲ ਐਕਸਪੀਰੀਅੰਸ ਹੋਇਆ ਉਹ ਇਹ ਹੋਇਆ ਕਿ ਮੇਰੀਆਂ ਬੋਡੀ ਏਕ ਹੋਈ ਲੈਗਸ 'ਚ ਪੇਨ ਹੋਈ ਐਂਡ ਹਲਕੀ ਜੀ ਗਲੇ 'ਚ ਖਰਾਸ਼ ਸੀ ਔਰ ਕਫ ਜਿਹੜੀ ਸੀਗੀ ਡਰਾਈ ਕਫ ਹੁੰਦੀ ਰਹੀ ਤਾਂ ਉਸ ਤੋਂ ਬਾਅਦ ਮੈਂ 2 ਦਿਨ ਵੇਟ ਕੀਤੀ 2 ਦਿਨ ਮੈਡੀਕੇਸ਼ਨ ਜਿਹੜੀ ਐਂਟੀਬਾਇਓਟਿਕ ਵਗੈਰਾ ਵੈਸੇ ਡਾਕਟਰਸ ਤੋਂ ਲੈਂਦਾ ਰਿਹਾ ਤਾਂ ਮੰਡੇ ਨੂੰ ਮੈਂ ਜਿਹੜਾ ਸੀਗਾ 22 ਜੂਨ ਨੂੰ ਮੈਂ ਟੈਸਟ ਕਰਾਇਆ ਜਿਹਦੀ ਰਿਪੋਰਟ ਮੈਨੂੰ 25 ਜੂਨ ਨੂੰ ਮਿਲੀ ਜਿਸ 'ਚ ਮੈਂ ਕਰੋਨਾ ਪੋਜ਼ਿਟਿਵ ਮੇਰਾ ਆ ਗਿਆ। ਤਾਂ ਇਮੀਡੀਏਟਲੀ ਮੈਂ ਸ਼ਾਮ ਨੂੰ ਹਸਪੀਟਲ ਐਡਮਿਸ਼ਨ ਲੈ ਲਈ। ਉਹਦਾ ਇੱਕ ਕਾਰਨ ਇਹ ਸੀ ਕਿ ਮੈਂ ਇਹ ਚਾਹੁੰਦਾ ਸੀ ਬਿਕੋਜ਼ ਮੇਰੀ ਜਿਹੜੀ ਏਜ ਸੀਗੀ ਉਹ ਮੇਰੀ ਫੇਵਰ 'ਚ ਨਹੀਂ ਸੀ ਬਿਕੋਜ਼ 45 ਤੋਂ ਉੱਤੇ ਰਿਸਕ ਜ਼ਿਆਦਾ ਹੁੰਦਾ ਤਾਂ ਸਿੰਸ ਆਈ ਵਾਜ਼ 54 ਈਅਰਸ ਤਾਂ ਮੈਂ ਇਹ ਠੀਕ ਸਮਝਿਆ ਕਿ ਜੋ ਰਾਏ ਕੀਤੀ ਡਾਕਟਰਸ ਨੇ ਸਲਾਹ ਦਿੱਤੀ ਕਿ ਤੁਸੀਂ ਇੱਕ ਵਾਰ ਆ ਕੇ ਆਪਣੀ सारी इन्वेस्टिगेशनस करवा जाओ। ਇਹਦੇ ਲਈ मैं एक होर जरूरी चीज़ साझी करना चाहांगा कई लोगों के ना मन 'ਚ ਵਹਿਮ ਹੈਗਾ कि पता नहीं असी हॉस्पिटल क्यों जाइए हॉस्पिटल पता नहीं साडा किवें दा होएगा उत्थे होर ना सानू हो जाए वायरस होर ना हो जाए होर बीमारी ना लग जाए पर मैं ਇੱਥੇ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਨੂੰ ਵੀ ਇਹੀ ਐਡਵਾਈਸ ਕੀਤਾ ਸੀ ਕਿ ਤੁਸੀਂ ਘਰ ਰਹਿ ਲਓ ਪਰ ਮੈਂ ਆਪ ਦੀ ਮਰਜ਼ੀ ਆਪ ਦੀ ਦਿਲ ਦੀ ਸੁਣੀ ਔਰ ਮੈਂ ਹਸਪੀਟਲ ਗਿਆ ਕਿਉਂਕਿ ਹਸਪੀਟਲ ਜਾ ਕੇ ਤੁਹਾਨੂੰ ਇੱਕ ਇਹ ਤਸੱਲੀ ਰਹਿੰਦੀ ਹੈ ਕਿ 2-3 ਦਿਨ ਜਿਹੜੇ ਤੁਹਾਡੇ ਪਹਿਲੇ ਸ਼ੁਰੂ ਦੇ ਜਾਂ 4 ਦਿਨ ਜਾਂ 1 ਵੀਕ ਜਿਹੜਾ ਪਹਿਲਾ ਹਫਤਾ ਹੁੰਦਾ ਉਹ ਬਹੁਤ ਹੀ ਕ੍ਰੂਸ਼ੀਅਲ ਹੁੰਦਾ ਔਰ ਉਹਦੇ ਵਿੱਚ 2-3 ਦਿਨ ਤਾਂ ਤੁਹਾਡੇ ਨਿਕਲ ਜਾਂਦੇ ਟੈਸਟ ਦੀ ਰਿਪੋਰਟ ਆਉਣ ਨੂੰ ਜਦੋਂ ਤੁਸੀਂ ਇਨਫੈਕਟ ਹੁੰਦੇ ਹੋ तो 3-4 दिन लिए अगर हॉस्पिटलाइजेशन हो भी जाए ये वैसे इंडिविजुअल डिसीजन है मैं किसी से बाइंड नहीं करना चाहता पर मैं एक राय दे रहा अपनी जो मेरी पर्सनल है कि अगर 2-3 दिन तुसी हॉस्पिटल जाके इन्वेस्टिगेशन करा लेंदे हो या किसी सेंटर 'ਚ ਜਿਹੜੇ गवर्नमेंट ਦੇ सेंटर है उत्थे जाके तुसी इन्वेस्टिगेशनस करा लेंदे हो और डॉक्टर्स ਤੁਹਾਨੂੰ क्लीन चिट दे देंदे आ होम क्वारंटाइन ਲਈ ਤਾਂ काइंडली उदों ही होम क्वारंटाइन होवो। हाँ अगर बिल्कुल किसी तरह के भी कोई सिम्पटम नहीं है तो भी तुसी जरूर एक बार उस सेंटर 'ਚ जाके पुछ के डॉक्टर्स की राय के नाल ही होम क्वारंटाइन होवो क्योंकि हॉस्पिटल जाके एक तसल्ली जी हो जाती है इन्वेस्टिगेशन हो गई ये हो गई कि नथिंग टू वरी यू कैन बी एट होम और तुसी घरे रह के पूरा अपने आप नूं
ਠੀਕ ਕਰ ਸਕਦੇ ਹੋ, ਉਹ ਇੱਕ ਤਸੱਲੀ ਜੀ ਮਨ 'ਚ ਹੋ ਜਾਂਦੀ ਹੈ, ਜਿਹੜੀ ਤੁਹਾਨੂੰ ਇਸ ਜਿਵੇਂ ਇੱਕ ਕਰੋਨਾ ਦਾ ਹਊਆ ਬਣਿਆ ਹੋਇਆ ਉਸ ਨੂੰ ਓਵਰਪਾਵਰ ਕਰਨ ਲਈ ਬਹੁਤ ਵੱਡੀ ਜਿਹੜੀ ਹੈਗੀ ਹੈ ਸਹਾਇਤਾ ਕਰਦੀ ਹੈ। ਔਰ ਮੈਂ 3 ਰਾਤਾਂ ਮੈਂ ਹਸਪੀਟਲ 'ਚ ਰਿਹਾ। ਉੱਥੇ ਉਹਨਾਂ ਨੇ ਬਲੱਡ ਟੈਸਟ ਕੀਤੇ, ਐਕਸ-ਰੇਜ਼ ਕੀਤੇ 2-3 ਵਾਰ ਮੇਰੇ, ਐਂਡ ਬਲੱਡ ਥਿਨਰ ਦੇ ਦਿੱਤੇ, ਇੰਜੈਕਸ਼ਨਸ, ਪਲੱਸ ਉਹਨਾਂ ਨੇ ਮੈਨੂੰ ਕੁਝ ਮੈਡੀਕੇਸ਼ਨ ਸਪਲੀਮੈਂਟਸ ਦਿੱਤੇ, ਬਿਕੋਜ਼ ਇਹਦੇ 'ਚ ਕੋਈ ਵੀ ਮੈਡੀਸਨ ਹਜੇ ਤੱਕ ਨਹੀਂ ਹੈ। ਤੋ ਇਹ ਅਲੱਗ-ਅਲੱਗ ਹਸਪੀਟਲ ਦੀ ਆਪਣੀ ਆਪਣੀ ਥਿਊਰੀ ਹੈ, ਕੋਈ ਕਿਸੇ ਤਰ੍ਹਾਂ ਟ੍ਰੀਟਮੈਂਟ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੇ ਰਿਹਾ, ਉਹ ਵੀ ਇੱਕ ਸੈੱਟ ਪੈਟਰਨ ਨਹੀਂ ਹੈ ਕਿ ਕੀ ਟ੍ਰੀਟਮੈਂਟ ਇਹਦੇ 'ਚ ਦੇਣੀ ਹੈ। ਤੋ ਉਹਨਾਂ ਨੇ ਜਦੋਂ ਸਾਰੀ ਉਹਨਾਂ ਨੇ ਈਵਨ ਸਿਟੀ ਸਕੈਨ ਵੀ ਕੀਤਾ, ਐਂਡ ਜਦੋਂ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਮੇਰੇ ਕਿਤੇ ਲੰਗਸ ਵਗੈਰਾ 'ਚ ਕੋਈ ਇਨਫੈਕਸ਼ਨ ਨਹੀਂ ਆਈ ਹੈ, ਤਾਂ ਉਹਨਾਂ ਨੇ ਮੈਨੂੰ ਕਹਿਤਾ ਕਿ ਤੁਸੀਂ ਹੋਮ ਕੁਆਰੰਟਾਈਨ ਹੋ ਜਾਓ। ਤੇ ਉਸ ਤੋਂ ਬਾਅਦ ਮੈਂ 28 ਤਰੀਕ ਨੂੰ ਆਪਣੇ ਘਰ ਵਾਪਸ ਆ ਗਿਆ, ਔਰ ਘਰ ਵਾਪਸ ਆ ਕੇ ਜਿਹੜੀਆਂ ਅੱਗੇ ਪ੍ਰੀਕਾਸ਼ਨਸ ਵਗੈਰਾ ਰੱਖਣੀਆਂ ਜਾਂ ਕੀ ਆਪਾਂ ਡਾਈਟ ਲੈਣੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਕਿ ਘਰ ਆਉਣ ਤੋਂ ਬਾਅਦ ਇੱਕ ਤਾਂ ਮੈਂ ਸੈਪਰੇਟ ਫੈਮਿਲੀ ਤੋਂ ਬਿਲਕੁਲ ਅਲੱਗ ਰੂਮ ਕਾਫੀ ਦੂਰ ਆਪਣਾ ਰੱਖ ਲਿਆ, ਐਂਡ ਉਹਦੇ 'ਚ ਡਿਸਪੋਜ਼ੇਬਲ ਜਿਹੜੇ ਯੂਟੈਂਸਿਲਸ ਆਉਂਦੇ ਆਪਣੇ ਪਲਾਸਟਿਕ ਦੇ ਜਾਂ ਥਰਮੋਕੋਲ ਦੇ, ਉਹ ਯੂਜ਼ ਕਰਨੇ ਸ਼ੁਰੂ ਕਰਤੇ। ਆਪਣਾ ਗਾਰਬੇਜ ਬੈਗ ਅਲੱਗ ਰੱਖ ਲਿਆ, ਐਂਡ ਮੇਰੇ ਖਿਆਲ ਕਾਰਪੋਰੇਸ਼ਨ ਨੇ ਜਾਂ ਕੁਝ, ਮੈਂ ਤਾਂ ਆਪਣਾ ਪ੍ਰਾਈਵੇਟ ਅਰੇਂਜਮੈਂਟ ਕਰ ਲਿਆ ਸੀ, ਬਟ ਮੈਨੂੰ ਪਤਾ ਲੱਗਿਆ ਕਿ ਕਾਰਪੋਰੇਸ਼ਨ ਨੇ ਕੋਈ ਏਜੰਸੀ ਵੀ ਇੰਗੇਜ ਕੀਤੀ ਹੋਈ ਹੈ, ਜਿਹੜੇ ਪੋਜ਼ਿਟਿਵ ਪੇਸ਼ੈਂਟਸ ਹੋਮ ਕੁਆਰੰਟਾਈਨ ਹੈਗੇ ਆ, ਉਹਨਾਂ ਦਾ ਗਾਰਬੇਜ ਵਗੈਰਾ ਉਹ ਪਿਕ ਕਰ ਲੈਂਦੇ ਘਰ ਤੋਂ। ਤੇ ਰੋਜ਼ ਇੱਕ ਵਾਰ ਦਿਨ 'ਚ ਆ ਕੇ ਟੀਮ ਜਿਹੜੀ ਸੀਗੀ ਮੈਂ ਹਾਇਰ ਕੀਤੀ ਸੀ, ਉਹ ਸੈਨੀਟਾਈਜ਼ ਕਰ ਜਾਂਦੀ ਸੀ ਮੇਰਾ ਰੂਮ ਔਰ ਘਰ ਦੇ ਵਿੱਚ, ਐਂਡ ਸੈਕੰਡ ਮੇਰਾ ਜਿਹੜਾ ਗਾਰਬੇਜ ਵਗੈਰਾ ਉਹ ਲੈ ਜਾਂਦੀ ਸੀ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਸਾਰਾ ਦਿਨ ਆਪਾਂ ਬੈੱਡ ਤੇ ਪਏ ਰਹਿੰਦੇ ਆ, ਤਾਂ ਉਹਦੇ 'ਚ ਕੀ ਕਰਨਾ ਹੈ ਕਿ ਮੈਂ ਮਾਰਨਿੰਗ 'ਚ ਜਦੋਂ ਮੈਂ ਉੱਠਦਾ ਸੀਗਾ 5:30-6 ਵਜੇ, ਉੱਠ ਕੇ ਆਪਣਾ ਫਰੈਸ਼ ਵਗੈਰਾ ਹੋ ਕੇ ਤੇ ਅੱਧਾ ਪੌਣਾ ਘੰਟਾ ਆਪਣਾ ਕੋਈ ਨਿਤਨੇਮ ਵਗੈਰਾ ਮੈਂ ਕਰਦਾ ਸੀਗਾ, ਪੂਜਾ ਪਾਠ। ਤੇ ਉਹ ਉਸ ਤੋਂ ਬਾਅਦ ਮੈਂ ਕੁਝ ਐਕਸਰਸਾਈਜ਼ਸ, ਬਰੀਥਿੰਗ ਐਕਸਰਸਾਈਜ਼ਸ, ਬੈਲੂਨ ਗੁਬਾਰੇ ਨੂੰ ਜਿਵੇਂ ਆਪਾਂ ਬਚਪਨ 'ਚ ਫਲਾਉਂਦੇ ਆ, ਉਹਦੇ ਨਾਲ ਕਿਉਂਕਿ ਲੰਗਸ ਦਾ ਜਿਹੜਾ ਹੈਗਾ ਐਕਸਪੈਂਸ਼ਨ ਹੁੰਦੀ ਹੈ, ਔਰ ਲੰਗਸ ਉਹ ਕੀਤਾ। ਉਸ ਤੋਂ ਬਾਅਦ ਬਰੀਥਿੰਗ ਐਕਸਰਸਾਈਜ਼ਸ ਕੁਝ ਕੀਤੀਆਂ 2-3 ਵਾਰ ਦਿਨ 'ਚ ਮੈਂ ਇਹ ਕਰਦਾ ਰਿਹਾ, ਮੇਰੀ ਦਿਨਚਰਿਆ ਸੀ। ਉਸ ਤੋਂ ਬਾਅਦ ਕੁਝ ਸਪਲੀਮੈਂਟਸ ਉਹਨਾਂ ਨੇ B ਕੰਪਲੈਕਸ ਜਾਂ ਕੋਈ ਗੈਸਟ੍ਰਿਕ ਵਾਸਤੇ ਜਾਂ SOS ਵਾਸਤੇ ਪੈਰਾਸੀਟਾਮੋਲ ਵਗੈਰਾ ਦਿੱਤੀ ਸੀ, ਬਟ ਲੱਕੀਲੀ ਮੈਨੂੰ ਘਰ ਆਉਣ ਤੋਂ ਬਾਅਦ ਕੋਈ ਵੀ ਇਦਾਂ ਦੀ ਮੇਜਰ ਪ੍ਰੋਬਲਮ ਨਹੀਂ ਆਈ ਕਿ ਮੈਨੂੰ ਦੁਬਾਰਾ ਕੰਸਲਟ ਕਰਨਾ ਪਏ। ਜੋ ਉਹਨਾਂ ਨੇ ਮੈਡੀਕੇਸ਼ਨ ਪ੍ਰਸਕ੍ਰਾਈਬ ਕੀਤੀ ਸੀ 10 ਦਿਨ ਵਾਸਤੇ, ਉਹ ਮੈਂ ਘਰ ਆ ਕੇ ਪੂਰੀ ਕੀਤੀ, ਔਰ 17 ਦਿਨ ਮੈਂ 17 ਡੇਜ਼ ਪੂਰੇ ਕੀਤੇ, ਕਿਉਂਕਿ 17 ਡੇਜ਼ ਤੋਂ ਬਾਅਦ ਇਹ ਜਿਹੜੀ ਹੈ WHO ਦੀ ਹਦਾਇਤਾਂ ਹੈ, ਪਲੱਸ ਡਾਕਟਰਸ ਜਦੋਂ ਵੀ ਮੈਂ ਕੰਸਲਟ ਕੀਤਾ, ਉਹ ਇਹ ਕਹਿੰਦੇ ਸੀ ਕਿ 17 ਦਿਨ ਤੋਂ ਬਾਅਦ ਤੁਹਾਨੂੰ ਇਨਫੈਕਸ਼ਨ ਕਿਸੇ ਤੋਂ ਨਹੀਂ ਹੋ ਸਕਦੀ, ਨਾ ਹੀ ਤੁਸੀਂ ਕਿਸੇ ਨੂੰ ਇਨਫੈਕਟ ਕਰ ਸਕਦੇ ਹੋ। ਤਾਂ ਫਿਰ ਮੈਂ 17 ਦਿਨ ਤੋਂ ਬਾਅਦ ਆਪਣੀ ਡਿਊਟੀ ਜੁਆਇਨ ਕਰ ਲਈ। ਕੁਝ ਇੰਪੋਰਟੈਂਟ ਗੱਲਾਂ ਇਸ 'ਚ ਹੈਗੀਆਂ ਕਿ ਜਦੋਂ ਤੁਸੀਂ ਬੈੱਡ ਤੇ ਹੁੰਦੇ ਹੋ, ਇੰਨੀ ਦੇਰ ਬੈੱਡ ਤੇ ਲੇਟੇ ਤੁਸੀਂ ਬੰਦਾ ਬੋਰ ਹੋ ਜਾਂਦਾ, ਤਾਂ ਵੈਸੇ ਵੀ ਅਦਰਵਾਈਜ਼ ਆਲਸੋ ਬਲੱਡ ਕਲੌਟਿੰਗ ਦਾ ਖਤਰਾ ਰਹਿੰਦਾ। ਤਾਂ ਹਰ 4 ਘੰਟੇ ਦੇ ਬਾਅਦ ਤੁਸੀਂ 6 ਮਿੰਟ ਵਾਕ ਕਰਨੀ ਹੈ, ਔਰ ਉਹਦੇ ਲਈ ਆਪਾਂ ਨੂੰ ਕੋਈ 3-4 ਚੀਜ਼ਾਂ ਜ਼ਰੂਰੀ। ਇੱਕ ਤਾਂ ਆਕਸੀਮੀਟਰ 1000-1200 ਰੁਪਏ ਦਾ ਆ ਜਾਂਦਾ ਹੈ, ਇੱਕ ਥਰਮਾਮੀਟਰ ਜਿਹੜਾ ਡਿਜੀਟਲ ਥਰਮਾਮੀਟਰ ਜਿਹਨੂੰ ਆਪਾਂ ਕਹਿੰਦੇ ਮੂੰਹ ਚਲਾਉਂਦੇ ਆ, ਉਹ ਜ਼ਰੂਰ ਚਾਹੀਦਾ, ਕਿਉਂਕਿ ਐਕੂਰੇਟ ਜਿਹੜਾ ਟੈਂਪਰੇਚਰ ਹੈ ਉਹੀ ਦੱਸਦਾ। ਔਰ ਉਸ ਤੋਂ ਇਲਾਵਾ ਜਿਹੜਾ ਆਕਸੀਮੀਟਰ ਹੈ, ਆਕਸੀਮੀਟਰ ਆਪਾਂ ਖਾਸ ਕਰਕੇ ਰਾਈਟ ਹੈਂਡ ਦੀ ਮਿਡਲ ਫਿੰਗਰ 'ਚ ਜੇ ਅਗਰ ਲਗਾ ਲਿਆ ਜਾਵੇ ਤਾਂ ਕਾਫੀ ਐਕੂਰੇਟ ਆਉਂਦੀ ਹੈ ਉਹਦੇ ਨਾਲ ਰੀਡਿੰਗ। ਉਹ ਲਗਾ ਕੇ ਤਾਂ ਤੁਸੀਂ ਅਗਰ 5-6 ਮਿੰਟ ਦੇ ਕਰੀਬ ਚੱਲਦੇ ਔਰ ਤੁਹਾਨੂੰ ਉਸ ਤੋਂ ਪਤਾ ਲੱਗਣਾ ਚਾਹੀਦਾ ਕਿ ਤੁਹਾਡੇ ਲੰਗਸ ਦੀ ਹੈਲਥ ਕਿਵੇਂ ਹੈ, ਉਹ ਤੁਸੀਂ ਘਰ 'ਚ ਹੀ ਮੋਨੀਟਰ ਕਰ ਸਕਦੇ ਹੋ। ਅਗਰ ਉਹ ਆਕਸੀਜਨ 90 ਤੋਂ ਥੱਲੇ ਆ ਜਾਂਦੀ ਹੈ, ਦੈਟ ਮੀਨਸ ਯੂ ਆਰ ਟੂ ਬੀ ਹਸਪੀਟਲਾਈਜ਼, ਤੁਹਾਨੂੰ ਹਸਪਤਾਲ ਜਾਣਾ ਹੈ ਔਰ ਡਾਕਟਰ ਨੂੰ ਕੰਸਲਟ ਕਰਨਾ ਹੈ। ਅਗਰ ਉਹ 92, 93, 94 ਤੱਕ ਰਹਿੰਦੀ ਹੈ ਤਾਂ ਇਹਦਾ ਮਤਲਬ ਕੋਈ ਨਹੀਂ, ਕਿਉਂਕਿ ਅਰਲੀ ਮਾਰਨਿੰਗ ਵੈਸੇ ਹੀ ਆਕਸੀਜਨ ਬੋਡੀ 'ਚ ਘੱਟ ਹੁੰਦੀ ਹੈ, ਤਾਂ ਉਹ ਦੈਟ ਇਜ਼ ਤੁਸੀਂ ਫਾਈਨ, ਉਹਦੇ 'ਚ ਘਬਰਾਉਣ ਦੀ ਲੋੜ ਨਹੀਂ ਹੈ। ਲੇਕਿਨ ਹਰ 4 ਘੰਟੇ ਬਾਅਦ ਤੁਸੀਂ ਜ਼ਰੂਰ ਉੱਠ ਕੇ 5-6 ਮਿੰਟ ਲਈ ਕਮਰੇ 'ਚ ਹੀ, ਜਿੱਥੇ ਤੁਸੀਂ ਆਈਸੋਲੇਸ਼ਨ 'ਚ ਹੈਗੇ ਹੋ, ਉੱਥੇ ਜ਼ਰੂਰ ਚੱਲਣਾ। ਡਾਈਟ ਦੇ ਬਾਰੇ ਮੈਂ ਕਹਾਂਗਾ ਅਨਨੈਸੈਸਰੀ ਬਹੁਤ ਜ਼ਿਆਦਾ, ਕਿਉਂਕਿ ਆਪਾਂ ਬੈੱਡ ਤੇ ਪਏ ਆ, ਐਕਸਰਸਾਈਜ਼ ਕੋਈ ਹੈ ਨਹੀਂ, ਇੰਨੀ ਜ਼ਿਆਦਾ ਡਾਈਟ ਵੀ ਨਹੀਂ ਲੈ ਲੈਣੀ। ਹਾਂ, ਹੈਲਦੀ ਡਾਈਟ ਲਓ, ਪ੍ਰੋਟੀਨ ਰਿਚ ਲਓ, ਕੁਛ ਇੱਕ ਆਪਣੇ ਫਰੂਟਸ ਮਿਕਸ ਕਰ ਲਓ, 1-2 ਵਾਰ 100-150 ਮਿਲੀਲੀਟਰ ਹਲਦੀ ਵਾਲਾ ਦੁੱਧ ਲੈ ਲਓ, ਕਾੜਾ ਲੈ ਲਓ 1-2 ਵਾਰ,
ਸਟੀਮ ਲੈ ਲਓ ਅਗਰ ਕੋਈ ਤੁਹਾਨੂੰ ਹੈਗੀ ਹੈ। ਉਹ ਇਹਦੇ 'ਚ ਕੁਛ ਇੱਕ ਚੀਜ਼ਾਂ ਹੈਗੀਆਂ, ਜਿਵੇਂ ਕੋਈ ਕਿਸੇ ਦਾ ਨੋਜ਼ ਬਲੌਕ ਹੋ ਜਾਂਦਾ, ਉਹਦੇ ਲਈ ਨੇਜ਼ਲ ਡ੍ਰੌਪਸ ਤੁਸੀਂ ਯੂਜ਼ ਕਰ ਸਕਦੇ ਹੋ। ਉਹ ਕੋਈ ਪੁੱਛਣ ਦੀ ਲੋੜ ਨਹੀਂ ਹੈ। ਕਫ ਅਗਰ ਰਹਿੰਦੀ ਹੈ ਜਾਂ ਇਰੀਟੇਸ਼ਨ ਰਹਿੰਦੀ ਹੈ, ਤੁਸੀਂ ਕੌਫਸਿਲ ਵਗੈਰਾ ਜਾਂ ਵਾਟਐਵਰ ਕੋਈ ਜਿਹੜੀਆਂ ਗੋਲੀਆਂ ਹੈਗੀਆਂ ਚੂਸਣ ਵਾਲੀਆਂ ਉਹ ਖਾ ਸਕਦੇ ਹੋ। ਹਾਂ, 3 ਵਾਰ ਤੁਸੀਂ ਇੱਕ ਲਿਮਸੀ ਪਲੱਸ ਆਉਂਦੀ ਹੈ ਜਾਂ ਲਿਮਸੀ ਦੀ ਵਿਟਾਮਿਨ ਸੀ ਦੀ ਟੇਬਲੇਟ ਹੈ, ਉਹ 3 ਵਾਰ ਜ਼ਰੂਰ ਦਿਨ 'ਚ ਲੈਣੀ ਹੈ, ਕਿਉਂਕਿ ਉਹਦੇ ਨਾਲ ਵਿਟਾਮਿਨ ਸੀ ਔਰ ਜਿਹੜਾ ਵੀ ਕੋਈ ਤੁਸੀਂ ਫਰੂਟ ਦੇਖਦੇ ਹੋ ਉਹਦੇ 'ਚ ਵੀ ਤੁਸੀਂ ਗਾਵਾ ਲੈ ਸਕਦੇ ਹੋ ਜਾਂ ਮੌਸਮੀ ਵਗੈਰਾ ਲੈ ਸਕਦੇ ਹੋ। ਵਿਟਾਮਿਨ ਸੀ ਰਿਚ ਜਿਹੜੇ ਹੈ, ਬਿਕੋਜ਼ ਉਹ ਤੁਹਾਡੀ ਰਿਕਵਰੀ 'ਚ ਕਾਫੀ ਹੈਲਪ ਕਰਦੇ ਹਨ। ਤਾਂ ਇਸ ਤੋਂ ਇਲਾਵਾ ਮੈਂ ਤਾਂ ਇਹੀ ਐਂਡ 'ਚ ਜਿੱਥੇ ਮੈਂ ਇਹਦੀ ਸਮਾਪਤੀ ਵੱਲ ਜਾਣਾ ਕਿ ਜਿੰਨਾ ਤੁਸੀਂ ਆਪਣਾ ਇਸ ਚੀਜ਼ ਤੋਂ ਬਚਾਅ ਕਰ ਸਕਦੇ ਹੋ, ਅਗਰ ਲੋੜ ਨਹੀਂ ਹੈ ਤਾਂ ਕਾਈਂਡਲੀ, ਸਾਡੀ ਤਾਂ ਕਿਉਂਕਿ ਡਿਊਟੀ ਐਸੀ ਹੈ, ਅਸੀਂ ਪਬਲਿਕ ਦੀ ਸੇਵਾ ਕਰਨੀ ਹੈ, 24 ਘੰਟੇ ਬਾਹਰ ਹੈ। ਔਰ ਮੈਂ ਖਾਸ ਕਰਕੇ ਆਪਣੇ ਜਿਹੜੇ ਮੇਰੇ ਕੁਲੀਗਸ ਹੈਗੇ ਆ, ਪੁਲਿਸ ਆਫਸਰਸ ਹੈ, ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਅੱਤਵਾਦ ਵੀ ਲੜਿਆ, ਹੰਡਾਇਆ, ਉਹਨੂੰ ਅਸੀਂ ਹਰਾਇਆ, ਪਰ ਇਹ ਜਿਹੜੀ ਚੀਜ਼ ਹੈ ਇੱਥੇ ਦੁਸ਼ਮਣ ਜਿਹੜਾ ਇਨਵਿਜ਼ੀਬਲ ਹੈ, ਇਹਨੇ ਪਤਾ ਨਹੀਂ ਕਦੋਂ ਕਿੱਥੋਂ ਕਿਸ ਰੂਪ 'ਚ ਤੁਹਾਨੂੰ ਪੈ ਜਾਣਾ ਹੈ। ਇਹ ਤੁਸੀਂ ਕੁਝ ਨਹੀਂ ਕਹਿ ਸਕਦੇ ਕਿ ਕਿਸ ਰੂਪ 'ਚ ਆ ਜਾਣਾ। ਉਹਦੇ 'ਚ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਵੀ ਹੁੰਦੀ ਸੀ, ਇਹਦੇ 'ਚ ਕੋਈ ਇਹ ਨਹੀਂ ਹੈ, ਇਹ ਅਨਇਨਫੋਰਮੈਂਟ ਆਏਗਾ ਔਰ ਤੁਹਾਨੂੰ ਘੇਰ ਲੇਗਾ। ਤਾਂ ਤੁਸੀਂ ਇਹਦੇ 'ਚ ਜਿੰਨੀ ਪ੍ਰੀਕਾਸ਼ਨ ਲੈ ਸਕਦੇ ਹੋ, ਆਮ ਪਬਲਿਕ ਵੀ, ਜਨਰਲ ਪਬਲਿਕ ਵੀ, ਜਿੰਨੀ ਪ੍ਰੀਕਾਸ਼ਨ ਤੁਸੀਂ ਲੈ ਸਕਦੇ ਹੋ। ਅਗਰ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਘਰ ਤੋਂ ਬਾਹਰ ਪਲੀਜ਼ ਨਾ ਨਿਕਲੋ, ਔਰ ਅਗਰ ਘਰ ਤੋਂ ਬਾਹਰ ਜਾਣਾ ਵੀ ਹੈ ਤਾਂ ਇੱਕ ਮੈਂਬਰ ਹੀ ਜਾਵੇ, ਔਰ ਉਹ ਜੇ ਕੋਈ ਜ਼ਰੂਰਤ ਦਾ ਸਮਾਨ ਹੈ ਲੈ ਕੇ ਅੰਦਰ ਆ ਜਾਏ, ਕਿਉਂਕਿ ਇਹ ਹਜੇ ਜਿਹੜੀ ਹੁਣ ਪੀਕ 'ਤੇ ਜਾ ਰਿਹਾ, ਔਰ ਇਹ ਜਿਹੜਾ ਅਗਲਾ ਆਉਣ ਵਾਲਾ 1 ਮਹੀਨਾ ਹੈਗਾ, ਇਹ ਬਹੁਤ ਹੀ ਜ਼ਿਆਦਾ ਆਪਣੇ ਲਈ ਟਫ ਹੈਗਾ। ਤੇ ਮੇਰੀ ਇਸ ਸਾਰਿਆਂ ਨੂੰ ਇਹੀ ਇੱਕ ਰਿਕੁਐਸਟ ਹੈ, ਬੇਨਤੀ ਹੈ ਹੱਥ ਜੋੜ ਕੇ, ਕਿ ਜਿੰਨਾ ਤੁਸੀਂ ਇਹਦੇ 'ਚ ਆਪਣਾ ਬਚਾਅ ਕਰ ਸਕਦੇ ਹੋ ਕਰੋ। ਥੈਂਕ ਯੂ ਵੈਰੀ ਮੱਚ।